ਗੁੱਡ ਆਫਟਰਨੂਨ ਬੱਚਿਓ ਆਪਾਂ ਹੈਲਨ ਕੈਲਰ ਦਾ ਦੀ ਆਟੋਬਾਇਓਗ੍ਰਾਫੀ ਦਾ ਸਟੋਰੀ ਆਫ ਮਾਈ ਲਾਈਫ ਦਾ ਕੁਝ ਪਾਰਟ ਪੜ੍ਹਦੇ ਪਏ ਹਾਂ। ਲਾਸਟ ਹੀ ਆਪਾਂ ਪੇਜ ਨੰਬਰ 63 ਤੱਕ ਪੜ੍ਹਿਆ ਸੀ। ਨੈਕਸਟ ਦੇਖ ਲਿਓ, ਜਿਹਦੇ ਵਿੱਚ ਹੈਲਨ ਕੈਲਰ ਦੀ ਟੀਚਰ ਮਿਸ ਸੁਲੇਵਨ ਆ ਜਾਂਦੀ ਉਹਦੇ ਕੋਲ ਉਹਨੂੰ ਟੀਚ ਕਰਨ, ਅਤੇ ਕੀ ਉਹ ਆਪਣੇ ਟੀਚਰ ਕੋਲੋਂ ਸਿੱਖਦੀ ਆ ਉਹ ਅੱਜ ਆਪਾਂ ਕਹਾਣੀ 'ਚ ਦੇਖਦੇ ਹਾਂ। The morning after my teacher came, she led me into her room and gave me a doll. ਜਿਸ ਸਵੇਰ ਇਹਦੀ ਟੀਚਰ ਆਉਂਦੀ ਆ, ਇਹਨੂੰ ਕਿੱਥੇ ਲੈ ਜਾਂਦੀ ਆ? ਰੂਮ ਦੇ ਵਿੱਚ, ਅਤੇ ਉਹਨੂੰ ਕੀ ਦਿੰਦੀ ਆ? ਹੈਲਨ ਕੈਲਰ ਨੂੰ ਇੱਕ ਗੁੜੀਆ ਦਿੰਦੀ, ਡੋਲ ਦਿੰਦੀ। The little blind children at the Perkins Institute had sent it. ਇਹ ਜਿਹੜੀ ਗੁੜੀਆ ਹੁੰਦੀ, ਡੋਲ ਹੁੰਦੀ ਆ, ਕਿੰਨਾ ਬੱਚਿਆਂ ਨੇ ਭੇਜੀ ਹੁੰਦੀ ਆ? ਬਲਾਈਂਡ, ਜਿਨ੍ਹਾਂ ਨੂੰ ਦਿਖਦਾ ਨਹੀਂ ਹੁੰਦਾ। ਬਲਾਈਂਡ ਚਿਲਡਰਨ ਛੋਟੇ ਬੱਚੇ ਹੁੰਦੇ ਆ, ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀ ਆ, ਬਲਾਈਂਡ ਹੁੰਦੇ ਨੇ, ਉਹਨਾਂ ਨੇ ਭੇਜੀ ਹੁੰਦੀ ਇਹ ਗੁੜੀਆ। ਕਿਹੜੇ ਇੰਸਟੀਟਿਊਟ ਦੇ ਬੱਚੇ ਹੁੰਦੇ? ਪਰਕਿੰਸ ਇੰਸਟੀਟਿਊਟ ਦੇ। ਅਤੇ ਉਸ ਗੁੜੀਆ ਨੂੰ ਤਿਆਰ ਕਿਹਨੇ ਕੀਤਾ ਹੁੰਦਾ? ਲੌਰਾ ਬ੍ਰਿਜਮੈਨ ਨੇ। ਲੌਰਾ ਬ੍ਰਿਜਮੈਨ ਹੈਡ ਡਰੈਸਡ ਇਟ। ਉਸ ਗੁੜੀਆ ਨੂੰ ਤਿਆਰ ਕਰਦੀ ਇਹ ਲੜਕੀ। ਬਟ ਆਈ ਡਿਡੰਟ ਨੋ this until afterward when I had played with a little while. ਇਹਨੂੰ ਪਤਾ ਨਹੀਂ ਲੱਗਾ ਇਹਨੂੰ ਕੀ ਮਿਲ ਗਿਆ ਵਾ, ਜਿੰਨਾ ਚਿਰ ਤੱਕ ਇਹ ਥੋੜ੍ਹਾ ਚਿਰ ਇਹਦੇ ਨਾਲ ਖੇਡੀ ਨਹੀਂ। ਮਿਸ ਸੁਲੀਵਨ slowly spelled into my hand the word DOLL, doll. ਉਹਦੇ ਟੀਚਰ ਦਾ ਨਾਮ ਹੈ ਮਿਸ ਸੁਲੀਵਨ। ਉਹਨੇ ਜਿੱਦਾਂ ਹੀ ਉਹ ਗੁੜੀਆ ਨਾਲ ਖੇਡਦੀ ਪਈ ਸੀ, ਮਿਸ ਸੁਲੀਵਨ ਨੇ ਕੀ ਕੀਤਾ? ਹੌਲੀ ਹੌਲੀ ਇਹਦੇ ਹੱਥ ਦੇ ਉੱਪਰ ਕੁਝ ਵਰਡ ਲਿਖੇ, ਕੁਝ ਲੈਟਰਸ ਲਿਖੇ, DOLL. I was at once interested in this finger play. ਇਹ ਬੜਾ ਇਹਨੂੰ ਮਤਲਬ ਰੁਚੀ ਜੀ ਇਹਦੀ ਹੋਈ ਇਹ ਫਿੰਗਰ ਪਲੇ ਦੇ ਵਿੱਚ, ਜਿੱਦਾਂ ਉਹਦੇ ਹੱਥ ਦੇ ਉੱਪਰ ਉਹ ਲਿਖਦੀ ਪਈ ਸੀ DOLL, ਅਤੇ ਇਹ ਵੀ ਖੁਸ਼ ਹੋਈ ਇਹ ਚੀਜ਼ ਦੇਖ ਕੇ। ਐਂਡ ਟਰਾਈਡ ਟੂ ਇਮੀਟੇਟ ਇਟ। ਇਮੀਟੇਟ ਹੁੰਦਾ ਨਕਲ ਕਰਨਾ, ਅਤੇ ਇਹਨੇ ਉਹ ਚੀਜ਼ ਦੀ ਨਕਲ ਕਰਨੀ ਸ਼ੁਰੂ ਕੀਤੀ ਵੀ ਇਹਨੇ ਆਪ ਵੀ DOLL ਜਿਹੜਾ ਵਾ ਫਿੰਗਰਸ ਨਾਲ ਲਿਖਣ ਦੀ ਕੋਸ਼ਿਸ਼ ਕੀਤੀ। ਵੈਨ ਆਈ ਫਾਈਨਲੀ ਸਕਸੀਡਿਡ ਇਨ ਮੇਕਿੰਗ ਦਾ ਲੈਟਰਸ ਕਰੈਕਟਲੀ। ਅਟੈਂਪਟ ਕਰਦੀ ਰਹੀ, ਕਈ ਵਾਰ ਗਲਤ ਹੋਏ ਸ਼ਬਦ, ਪਰ ਜਿੱਦਾਂ ਹੀ ਇਹਨੇ ਸਹੀ ਸ਼ਬਦ ਪਾਉਣਾ ਸਿੱਖ ਲਿਆ, DOLL, ਆਈ ਵਾਜ਼ ਫਲਸ਼ਡ ਵਿਦ ਚਾਈਲਡਿਸ਼ ਪਲੇਅਰ। ਜਿੱਦਾਂ ਬੱਚਿਆਂ ਦੀ ਖੁਸ਼ੀ ਹੁੰਦੀ, ਉਸ ਖੁਸ਼ੀ ਨਾਲ ਇਹ ਭਰ ਗਈ। ਇਹਨੂੰ ਬੜਾ ਮਾਣ ਜਿਹਾ ਵੀ ਮਹਿਸੂਸ ਹੁੰਦਾ ਵੀ ਮੈਂ ਕੋਈ ਕਾਮਯਾਬ ਹੋ ਗਈ, ਮੈਂ ਕੁਝ ਸ਼ਬਦ ਸਿੱਖਿਆ ਵਾ। ਰਨਿੰਗ ਡਾਊਨ ਸਟੇਅਰਸ, ਹੇਠਾਂ ਪੌੜੀਆਂ ਉਤਰੀ, ਟੂ ਮਾਈ ਮਦਰ, ਆਪਣੀ ਮਾਂ ਕੋਲ ਗਈ। ਆਈ ਹੈਲਡ ਅਪ ਮਾਈ ਹੈਂਡ ਐਂਡ ਮੇਡ ਦਾ ਲੈਟਰ ਫॉर ਡੋਲ। ਫਿਰ ਇਹਨੇ ਹੱਥ ਦੇ ਉੱਪਰ ਆਪਣੀ ਮਦਰ ਨੂੰ ਵੀ ਦਿਖਾਇਆ ਡੋਲ ਲਿਖ ਕੇ। ਆਈ ਡਿਡ ਨੋਟ ਨੋ ਦੈਟ ਆਈ ਵਾਜ਼ ਸਪੈਲਿੰਗ ਅ ਵਰਡ ਔਰ ਈਵਨ ਦੈਟ ਵਰਡ ਐਗਜ਼ਿਸਟਿਡ। ਇਹਨੂੰ ਨਹੀਂ ਪਤਾ ਵੀ ਇਹ ਕਿਸੇ ਸ਼ਬਦ ਨੂੰ ਸਪੈਲ ਕਰਦੀ ਪਈ, ਲਿਖਦੀ ਪਈ ਆ, ਨਾ ਹੀ ਇਹਨੂੰ ਪਤਾ ਹੈ ਵੀ ਇਹ ਸ਼ਬਦ ਐਗਜ਼ਿਸਟ ਵੀ ਕਰਦਾ ਕਿ ਨਹੀਂ, ਵੀ ਇਹ ਸ਼ਬਦ ਹੈਗਾ ਵੀ ਆ ਕਿ ਨਹੀਂ ਹੈਗਾ। ਆਈ ਵਾਜ਼ ਸਿੰਪਲੀ ਮੇਕਿੰਗ ਮਾਈ ਫਿੰਗਰਸ ਗੋ ਇਨ ਮੌਂਕੀ ਲਾਈਕ ਇਮੀਟੇਸ਼ਨ। ਜਿੱਦਾਂ ਬੰਦਰ ਨਕਲ ਕਰਦਾ ਵਾ, ਇਹ ਸਿੰਪਲ ਉੱਦਾਂ ਹੀ ਨਕਲ ਕਰਕੇ ਆਪਣੀਆਂ ਫਿੰਗਰਸ ਨੂੰ ਜਿਹੜਾ ਚਲਾਉਂਦੀ ਪਈ ਸੀ। ਇਨ ਦਾ ਡੇਜ਼ ਦੈਟ ਫੋਲੋਡ ਆਈ ਲਰਨਡ ਟੂ ਸਪੈਲ ਇਨ ਦਿਸ ਅਨਕੰਪਰੀਹੈਂਡਿੰਗ ਦਾ ਮਤਲਬ ਹੁੰਦਾ ਜਿਸ ਚੀਜ਼ ਦੀ ਸਮਝ ਨਾ ਹੋਵੇ। ਵੇ ਆ ਗ੍ਰੇਟ ਮੈਨੀ ਵਰਡਸ। ਜਿੱਦਾਂ ਜਿੱਦਾਂ ਅੱਗੇ ਦਿਨ ਆਈ ਗਏ, ਇਹਨੇ ਬੜੇ ਸ਼ਬਦ ਸਿੱਖੇ। ਅਮੰਗ ਦੈਮ, ਉਹਨਾਂ ਸ਼ਬਦਾਂ ਵਿੱਚ ਕਿਹੜੀ ਚੀਜ਼ ਹੀ? ਪਿੰਨ ਸ਼ਬਦ ਨੂੰ ਸਿੱਖਿਆ ਇਹਨੇ, ਹੈਟ, ਕੱਪ, ਕੁਝ ਵਰਬਸ ਸਿੱਖੀਆਂ, ਸਿਟ, ਸਟੈਂਡ, ਵਾਕ। ਬਟ ਮਾਈ ਟੀਚਰ ਹੈਡ ਬੀਨ ਵਿਦ ਮੀ ਸੈਵਰਲ ਵੀਕਸ ਬਿਫੋਰ ਆਈ ਅੰਡਰਸਟੂਡ ਦੈਟ ਐਵਰੀਥਿੰਗ ਹੈਜ਼ ਅ ਨੇਮ। ਕਿੰਨੇ ਹਫ਼ਤੇ ਦੀ ਟੀਚਰ ਨੂੰ ਇਹ ਸਮਝਾਉਣ 'ਚ ਲੱਗ ਗਏ ਵੀ ਹਰ ਚੀਜ਼ ਦਾ ਕੋਈ ਨਾ ਕੋਈ ਨਾਮ ਹੈਗਾ। ਵਨ ਡੇ ਵੈਨ ਆਈ ਵਾਜ਼ ਪਲੇਇੰਗ ਵਿਦ ਮਾਈ ਨਿਊ ਡੋਲ, ਇੱਕ ਦਿਨ ਜਦ ਇਹ ਆਪਣੀ ਨਵੀਂ ਗੁੜੀਆ ਨਾਲ ਖੇਡਦੀ ਪਈ ਸੀ, ਮਿਸ ਸੁਲੀਵਨ ਪੁੱਟ ਮਾਈ ਬਿਗ ਰੈਗ ਡੋਲ ਇਨਟੂ ਮਾਈ ਲੈਪ ਐਂਡ ਆਲਸੋ ਸਪੈਲਡ DOLL। ਜਿੱਦਾਂ ਹੀ ਇਹ ਆਪਣੀ ਨਵੀਂ ਡੋਲ ਨਾਲ ਖੇਡਦੀ ਪਈ ਸੀ, ਮਿਸ ਸੁਲੀਵਨ ਨੇ ਕੀ ਕੀਤਾ? ਇਹਦੀ ਪੁਰਾਣੀ ਜਿਹੜੀ ਕੱਪੜੇ ਦੀ ਬਣੀ ਹੋਈ ਡੋਲ ਸੀ, ਪੁਰਾਣੀ ਜੀ ਡੋਲ ਸੀ, ਕੋਈ ਜਿਹੜੀ ਖਰਾਬ ਜੀ ਹੋ ਚੁੱਕੀ ਸੀ, ਉਹਨੂੰ ਵੀ ਇਹਨੇ ਇਹਦੀ ਗੋਦ ਵਿੱਚ ਰੱਖਤਾ। ਐਂਡ ਕੀ ਸਪੈਲ ਕੀਤਾ? DOLL। ਅਤੇ ਕੀ ਕੋਸ਼ਿਸ਼ ਕੀਤੀ? ਐਂਡ ਟਰਾਈਡ ਟੂ ਮੇਕ ਮੀ ਅੰਡਰਸਟੈਂਡ, ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਡੋਲ ਜਿਹੜਾ ਇਹ ਦੋਨਾਂ ਲਈ ਅਪਲਾਈ ਹੁੰਦਾ। ਜੋ ਨਵੀਂ ਚੀਜ਼ ਲਿਆ ਕੇ ਦਿੱਤੀ ਉਹ ਵੀ ਡੋਲ ਆ, ਅਤੇ ਜੋ ਤੇਰੇ ਕੋਲ ਪੁਰਾਣੀ ਆ ਉਹ ਵੀ ਡੋਲ ਹੈਗੀ ਆ।
Earlier in the day we had a tussle ਹੁੰਦਾ ਜਿੱਦਾਂ ਝਗੜਾ ਜਿਹਾ ਹੋਣਾ over the words mug and water ਦਿਨ ਅੱਗੇ ਜਾ ਕੇ ਜਿਹੜਾ ਸਮਾਂ ਆਇਆ ਉਹਦੇ 'ਚ ਇਹਦੇ ਤੇ ਟੀਚਰ ਦੇ ਵਿੱਚ ਕਿਹਦੇ ਕਾਰਨ ਬਹਿਸ ਹੋਣ ਡੈ ਪਈ ਦੋ ਸ਼ਬਦਾਂ ਦੇ ਲਈ ਇੱਕ ਸ਼ਬਦ ਹੈਗਾ ਹੀ ਮੱਗ MUG ਇੱਕ ਹੈਗਾ ਹੀ ਵਾਟਰ WATER ਮਿਸ ਸੁਲੀਵਨ had tried to impress it upon me the mug is mug and the WATER is water ਮਿਸ ਸੁਲੀਵਾਨ ਇਹ ਕੋਸ਼ਿਸ਼ ਕਰਨ ਦੀ ਹੀ ਇਹ ਸਮਝਾਉਣ ਦੀ ਵੀ MUG ਨੂੰ ਮੱਗ ਕਹਿਣਾ ਤੇ WATER ਨੂੰ ਵਾਟਰ ਕਹਿਣਾ ਬਟ ਆਈ ਪਰਸਿਸਟਿਡ ਦਾ ਮਤਲਬ ਹੁੰਦਾ ਪੱਕੇ ਰਹਿਣਾ ਦ੍ਰਿੜ ਰਹਿਣਾ ਇਨ ਕਨਫਾਊਂਡਿੰਗ ਦਾ ਟੂ ਵੀ ਮੈਂ ਉਹ ਕਹਿੰਦੀ ਵੀ ਮੈਂ ਦ੍ਰਿੜ ਹੀ ਨਿਸ਼ਚਿਤ ਹੀ ਵੀ ਮੈਨੂੰ ਇਹ ਦੋਨਾਂ ਦੇ ਵਿੱਚ ਕਨਫਿਊਜ਼ਨ ਆ ਮੈਨੂੰ ਪਤਾ ਨਹੀਂ ਲੱਗਦਾ ਪਿਆ ਇਨ ਡਿਸਪੇਅਰ she had dropped the subject for a time ਇਨ ਡਿਸਪੇਅਰ ਕਹਿ ਸਕਦੇ ਨਿਰਾਸ਼ਾ 'ਚ ਮਿਸ ਸੁਲੀਵਨ ਨੇ ਕੀ ਕੀਤਾ ਉਹ ਜਿਹੜਾ ਵਿਸ਼ਾ ਸੀ ਮੱਗ ਤੇ ਵਾਟਰ ਵਾਲਾ ਉਹਨੂੰ ਥੋੜ੍ਹੇ ਸਮੇਂ ਲਈ ਡਰੋਪ ਕਰਤਾ ਵੀ ਥੋੜ੍ਹੇ ਸਮੇਂ ਲਈ ਵੀ ਇਹਨੂੰ ਬਾਅਦ 'ਚ ਉਹਨੇ ਸਮਝਾਉਣਾ ਸੀ ਹਜੇ ਉਹ ਛੱਡਤਾ ਉੱਥੇ ਹੀ ਓਨਲੀ ਟੂ ਰੀਨਿਊ ਇਟ ਐਟ ਦਾ ਫਸਟ ਓਪਰਚੁਨਿਟੀ ਵੀ ਕੋਈ ਮੌਕਾ ਦੇ ਕੇ ਉਹਨੇ ਦੁਬਾਰਾ ਇਹ ਚੀਜ਼ ਨੂੰ ਰੀਨਿਊ ਕਰਨਾ ਹੀ ਸਮਝਾਉਣਾ ਸੀ ਆਈ ਬਿਕੇਮ ਇੰਪੇਸ਼ੈਂਟ ਐਟ ਹਰ ਰਿਪੀਟਿਡ ਅਟੈਂਪਟਸ ਵੀ ਉਹ ਖਿਝ ਚੁੱਕੀ ਸੀ ਮਿਸ ਸੁਲੀਵਨ ਨਹੀਂ ਇਹ ਹੈਲਨ ਕੈਲਰ ਹੈਲਨ ਕੈਲਰ ਲਈ ਆਇਆ ਹੈਲਨ ਕੈਲਰ ਜਿਹੜੀ ਆ ਉਹਦਾ ਮਤਲਬ ਹੁਣ ਇੰਪੇਸ਼ੈਂਸ ਖਤਮ ਹੋ ਚੁੱਕੀ ਇੰਪੇਸ਼ੈਂਟ ਹੋ ਗਈ ਸੀ ਉਹ ਵੀ ਜਿੱਦਾਂ ਧੀਰਜ ਜਿਹਾ ਖਤਮ ਹੋ ਜਾਣਾ ਖਿਝ ਜਾਣਾ ਕਿਉਂਕਿ ਉਹਨੇ ਬੜੇ ਅਟੈਂਪਟ ਕਰ ਲਏ ਸੀ ਮੱਗ ਤੇ ਵਾਟਰ ਵਿੱਚ ਉਹਨੂੰ ਸਮਝ ਹੀ ਨਹੀਂ ਆਉਂਦਾ ਪਿਆ ਤੇ ਹੁਣ ਇਹਨੇ ਕੀ ਕੀਤਾ ਸੀਜ਼ਿੰਗ ਦਾ ਨਿਊ ਡੋਲ ਆਈ ਡੈਸ਼ਡ ਇਟ ਅਪੋਨ ਦਾ ਫਲੋਰ ਉਹਨੇ ਜਿਹੜੀ ਨਵੀਂ ਡੋਲ ਉਹਨੂੰ ਫੜ ਕੇ ਫਰਸ਼ ਦੇ ਉੱਪਰ ਮਾਰਿਆ ਖਿਝ ਕੇ ਗੁੱਸੇ ਦੇ ਵਿੱਚ ਆਈ ਵਾਸ keenly delighted when I felt the fragments ਟੁਕੜਿਆਂ ਨੂੰ ਕਹਿੰਦੇ of the broken doll at my feet ਇਹਨੂੰ ਖੁਸ਼ੀ ਹੋਈ ਹੁਣ ਡੋਲ ਨੂੰ ਥੱਲੇ ਮਾਰ ਕੇ ਇਹਨੇ ਕੁਝ ਖੁਸ਼ੀ ਮਹਿਸੂਸ ਕੀਤੀ ਜਦ ਇਹਦੇ ਪੈਰਾਂ ਦੇ ਵਿੱਚ ਉਸ ਡੋਲ ਦੇ ਟੁਕੜੇ ਇਹਨੂੰ ਮਤਲਬ ਮਹਿਸੂਸ ਹੋਏ ਵੀ ਇਹਨੇ ਡੋਲ ਨੂੰ ਭੰਨ ਕੇ ਇਹਨੂੰ ਖੁਸ਼ੀ ਹੋਈ neither sorrow nor regret followed my passionate outburst ਕੋਈ ਇਹਨੂੰ ਦੁੱਖ ਨਹੀਂ ਹੋਇਆ ਗੁੜੀਆ ਨੂੰ ਤੋੜ ਕੇ ਕੋਈ ਇੱਕ ਜਿੱਦਾਂ ਨਾਈਦਰ ਸੋਰੋ ਨੋਰ ਰਿਗਰੈਟ ਨਾ ਉਹਨੂੰ ਕੋਈ ਗਲਤੀ ਮਹਿਸੂਸ ਹੋਈ ਮੈਂ ਗੁੜੀਆ ਨੂੰ ਕਿਉਂ ਤੋੜਿਆ ਵਾ ਕਿਉਂਕਿ ਇਹਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਦਾ ਆਈ ਹੈਡ ਨੋਟ ਲਵਡ ਦਾ ਡੋਲ ਇਨ ਦਾ ਸਟਿਲ ਡਾਰਕ ਵਰਡ in which I lived there was no strong sentiments or of tenderness ਜਿਹੜੇ ਇਹ ਹਨੇਰੇ ਵਾਲੇ ਸੰਸਾਰ ਵਿੱਚ ਰਹਿੰਦੀ ਪਈ ਸੀ ਕਿਉਂਕਿ ਇਹਨੂੰ ਦਿਖਦਾ ਨਹੀਂ ਹੀ ਸੁਣਦਾ ਨਹੀਂ ਹੀ ਜਿਹੜੇ ਇਹ ਹਨੇਰੇ ਵਾਲੇ ਸੰਸਾਰ ਵਿੱਚ ਰਹਿੰਦੀ ਪਈ ਸੀ ਇਹਨੂੰ ਕੁਝ ਇਹੋ ਜਿਹੀ ਕੋਈ ਚੀਜ਼ ਦਾ ਅਹਿਸਾਸ ਹੀ ਨਹੀਂ ਹੁੰਦਾ ਵੀ ਦੁੱਖ ਕੀ ਹੁੰਦਾ ਵਾ ਨਫ਼ਰਤ ਕੀ ਹੁੰਦੀ ਕੁਝ ਇੱਦਾਂ ਦਾ ਪਤਾ ਹੀ ਨਹੀਂ ਇਹਨੂੰ ਕੋਈ ਸੈਂਟੀਮੈਂਟਸ ਇਹਦੇ 'ਚ ਹੈ ਹੀ ਨਹੀਂ I felt my teacher sweep the fragments to one side of the hearth ਚੁੱਲ੍ਹੇ ਨੂੰ ਕਹਿੰਦੇ ਨੇ ਜਾਂ ਅੰਗੀਠੀ ਨੂੰ ਕਹਿੰਦੇ ਨੇ ਇਹਨੇ ਕੀ ਮਹਿਸੂਸ ਕੀਤਾ ਵੀ ਇਹਦੀ ਜਿਹੜੀ ਟੀਚਰ ਆ ਮਿਸ ਸੁਲੀਵਨ ਜਿਹਦਾ ਸਵੀਪ ਕਰਨਾ ਝਾੜੂ ਲਾਉਣਾ ਮਤਲਬ ਉਹ ਫਰੈਗਮੈਂਟ ਜਿਹੜੇ ਟੁਕੜੇ ਉਹਨਾਂ ਨੂੰ ਇੱਕ ਸਾਈਡ ਤੇ ਲੈ ਗਈ ਚੁੱਲ੍ਹੇ ਵੱਲ and I had a sense of satisfaction that the cause of my discomfort was removed ਇਹਨੇ ਕੀ ਮਹਿਸੂਸ ਕੀਤਾ ਆਈ ਹੈਡ ਅ ਸੈਂਸ ਆਫ ਸੈਟਿਸਫੈਕਸ਼ਨ ਇਹਨੂੰ ਬੜੀ ਸੰਤੁਸ਼ਟੀ ਜੀ ਹੋਈ ਵੀ ਜੋ ਕਾਰਨ ਹੀ ਇਹਦੇ ਡਿਸਕੰਫਰਟ ਦਾ ਅਸਹਿਜ ਹੋਣ ਦਾ ਉਹ ਨਿਕਲ ਗਿਆ ਇੱਥੋਂ ਸ਼ੀ ਬ੍ਰੌਟ ਮੀ ਮਾਈ ਹੈਟ ਮਿਸ ਸੁਲੀਵਨ ਨੇ ਕੀ ਕੀਤਾ ਹੈਲਨ ਕੈਲਰ ਨੂੰ ਉਹਦੀ ਟੋਪੀ ਦਿੱਤੀ ਹੈਟ ਦਿੱਤੀ ਤੇ ਇਹਨੂੰ ਇਹ ਅਹਿਸਾਸ ਹੋਇਆ ਆਈ ਨਿਊ ਆਈ ਵਾਸ ਗੋਇੰਗ ਆਊਟ ਇਨਟੂ ਦਾ ਵਾਰਮ ਸਨਸ਼ਾਈਨ ਵੀ ਆਪਾਂ ਹੁਣ ਬਾਹਰ ਚੱਲੇ ਆ ਧੁੱਪ ਦੇ ਵਿੱਚ This thought, if a wordless sensation may be called a thought, made me hope and skip with pleasure. ਇਹ ਜਿੱਦਾਂ ਹੁਣ ਇਹਨੂੰ ਬਾਹਰ ਜਾਣਾ ਤੈਨੂੰ ਖੁਸ਼ੀ ਜੀ ਹੋਈ ਵੀ ਚਲੋ ਇੱਥੋਂ ਰੂਮ ਚੋਂ ਬਾਹਰ ਚੱਲੇ ਨਿੱਗੀ ਧੁੱਪ ਦੇ ਵਿੱਚ We walked down the path to a well house. ਇਹ ਮਤਲਬ ਕਿੱਧਰ ਨੂੰ ਜਾਣ ਡੈ ਪਏ ਖੂਹ ਵਾਲੇ ਘਰ ਦੇ ਵਿੱਚ ਜਿੱਥੇ ਪਾਣੀ ਅਵੇਲੇਬਲ ਹੋਊਗਾ ਕੋਈ ਖੂਹ ਵਗੈਰਾ ਹੋਊਗਾ ਅਟਰੈਕਟਿਡ ਬਾਈ ਅ ਫ੍ਰੈਗਰੈਂਸ ਆਫ ਦਾ ਹਨੀ ਸਕਲ ਵਿਦ ਵਿਚ ਇਟ ਵਾਸ ਕਵਰਡ ਉਹ ਜਿਹੜਾ ਹਾਊਸ ਹੀ ਘਰ ਹੀ ਉਹ ਹਨੀ ਸਕਲ ਦੇ ਫੁੱਲਾਂ ਦੇ ਨਾਲ
ਭਰਿਆ ਪਿਆ ਸੀ ਤੇ ਉਹਦੀ ਖੁਸ਼ਬੂ ਜਿਹੜੀ ਆ ਉਹ ਅਟਰੈਕਟ ਕਰਦੀ ਪਈ ਸੀ, ਬੜੀ ਵਧੀਆ ਲੱਗਦੀ ਪਈ ਸੀ, ਅਟਰੈਕਸ਼ਨ ਜੀ ਹੁੰਦੀ ਪਈ ਸੀ। Someone was drawing water and my teacher placed my head under the spout। ਕੋਈ ਜਣਾ ਉਸ ਖੂਹ ਚੋਂ ਪਾਣੀ ਕੱਢਦਾ ਪਿਆ ਸੀ ਤੇ ਟੀਚਰ ਨੇ ਕੀ ਕੀਤਾ, ਇਹਦਾ ਹੱਥ ਪਾਣੀ ਦੇ ਥੱਲੇ ਕਰਤਾ। As the cool stream gushed over one hand, she spelled into the other the word water। ਜਿੱਦਾਂ ਹੀ ਇੱਕ ਹੱਥ ਦੇ ਉੱਪਰੋਂ ਠੰਡੀ ਜੀ ਧਾਰਾ ਪਾਣੀ ਦੀ ਪੈ ਰਹੀ ਸੀ ਤੇ ਮਿਸ ਸੁਲੀਵਨ ਨੇ ਕੀ ਕੀਤਾ, ਹੈਲਨ ਕੈਲਰ ਦੇ ਦੂਜੇ ਹੱਥ ਦੇ ਉੱਪਰ ਵਰਡ ਲਿਖਤਾ ਵਾਟਰ। ਪਹਿਲਾਂ ਬੜਾ ਸਲੋਲੀ ਲਿਖਿਆ, ਹੌਲੀ ਹੌਲੀ WATER ਲਿਖਿਆ, ਬਾਅਦ 'ਚ ਉਹਨੇ ਬੜੀ ਤੇਜ਼ੀ ਨਾਲ ਲਿਖਿਆ। I stood still, my whole attention fixed upon the motion of her fingers। ਇਹਦਾ ਪੂਰਾ ਧਿਆਨ ਉਹਦੀਆਂ ਉਂਗਲਾਂ ਤੇ ਜਾਣ ਡਿਆ ਕਿ ਉਹਦੀਆਂ ਉਂਗਲਾਂ ਕੀ ਲਿਖਦੀਆਂ ਪਈਆਂ। Suddenly I felt a misty consciousness as of something forgotten। ਇਹਨੂੰ ਇੱਕਦਮ ਅਹਿਸਾਸ ਹੋਇਆ ਜਿਹੜੀ ਚੀਜ਼ ਇਹ ਭੁੱਲਦੀ ਪਈ ਸੀ। A thrill of returning thought, ਜਿੱਦਾਂ ਇਹਦੇ ਵਿਚਾਰ ਜੇ ਦੁਬਾਰਾ ਉਪਜੇ, ਦੁਬਾਰਾ ਪੈਦਾ ਹੋਏ। And somehow the mystery of language was revealed to it। ਤੇ ਇਹਨੂੰ ਭਾਸ਼ਾ ਦਾ ਗਿਆਨ ਹੋਣ ਲੱਗ ਪਿਆ। I knew that the water meant the wonderful cool something that is flowing over my hand। ਤੇ ਇਹਨੂੰ ਇਹ ਪਤਾ ਲੱਗਾ ਵੀ ਵਾਟਰ ਦਾ ਮਤਲਬ ਹੈਗਾ ਵਾ ਇੱਕ ਠੰਡੀ ਜੀ ਬੜੀ ਅਜੀਬ ਜੀ ਚੀਜ਼ ਜਿਹੜੀ ਇਹਦੇ ਹੱਥ ਦੇ ਉੱਪਰ ਫਲੋ ਕਰਦੀ ਪਈ ਆ। That living word awaked my soul, gave it light, hope, joy, set it free। ਹੁਣ ਇਹਦੀ ਮਤਲਬ ਜਿਹੜੀ ਆਤਮਾ ਉਹ ਜਾਗੀ, ਉਹਨੂੰ ਇੱਕ ਚਾਨਣ ਜਿਹਾ ਮਿਲਿਆ, ਉਮੀਦ ਜੀ ਮਿਲੀ, ਖੁਸ਼ੀ ਵੀ ਹੋਈ। There were barrier still, ਹਜੇ ਵੀ ਕੁਝ ਰੁਕਾਵਟਾਂ ਹੈਗੀਆਂ ਸੀ। It is true but barriers that could in time be swept away। ਪਰ ਇਹ ਵੀ ਸੱਚਾਈ ਸੀ, ਇਹ ਜਿਹੜੀਆਂ ਰੁਕਾਵਟਾਂ ਸੀ ਸਮੇਂ ਦੇ ਨਾਲ ਇਹ ਵੀ ਹਟ ਜਾਣੀਆਂ ਸੀ। I left the well house eager to learn। ਉਹ ਜਿਹੜਾ ਖੂਹ ਵਾਲਾ ਘਰ ਸੀ ਉੱਥੋਂ ਇਹ ਚੱਲ ਗਏ। ਹੁਣ ਇਹਨੂੰ ਜਾਣਨ ਦੀ ਬੜੀ ਉਤਸੁਕਤਾ ਸੀ। eager to learn, everything had a name। ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਨਾਮ ਸੀ। And each name give birth to a new thought। ਤੇ ਹਰ ਨਾਮ ਜਿਹੜਾ ਨਵੇਂ ਵਿਚਾਰਾਂ ਨੂੰ ਜਨਮ ਦਿੰਦਾ ਸੀ। As we returned to the house, ਜਿੱਦਾਂ ਹੀ ਇਹ ਘਰ ਦੇ ਵਿੱਚ ਆਏ, every object which I touched seemed to queer with life। ਘਰ ਦੇ ਵਿੱਚ ਆਉਂਦਿਆਂ ਹੀ ਜਿਸ ਵੀ ਆਬਜੈਕਟ ਨੂੰ ਇਹਨੇ ਟੱਚ ਕੀਤਾ ਇੰਝ ਲੱਗਦਾ ਸੀ ਉਹ ਜ਼ਿੰਦਗੀ ਨਾਲ ਭਰਿਆ ਹੋਇਆ ਆਬਜੈਕਟ ਆ। that is because I saw everything with a strange। ਇਹਨੂੰ ਹਰ ਚੀਜ਼ ਬੜਾ ਇਹ ਅਜੀਬ ਤਰੀਕੇ ਨਾਲ ਹੁਣ ਮਤਲਬ ਇਹਨੂੰ ਮਹਿਸੂਸ ਹੁੰਦੀ ਪਈ, ਦੇਖਦੀ ਪਈ ਸੀ। ਨਿਊ ਸਾਈਟ that had come to me, ਇੱਕ ਨਵਾਂ ਜਿਹਾ ਗਿਆਨ ਇਹਨੂੰ ਮਿਲ ਗਿਆ ਸੀ। ਔਨ ਐਂਟਰਿੰਗ ਦਾ ਡੋਰ ਆਈ ਰਿਮੈਂਬਰ, ਜਿੱਦਾਂ ਹੀ ਇਹ ਰੂਮ 'ਚ ਦਰਵਾਜ਼ੇ ਤੋਂ ਅੰਦਰ ਜਾਂਦੀ ਹੈ ਕੀ ਯਾਦ ਕਰਦੀ ਆ, ਦਾ ਡੋਲ ਆਈ ਹੈਡ ਬ੍ਰੋਕਨ, ਜਿਹੜੀ ਗੁੜੀਆ ਨੂੰ ਇਹਨੇ ਤੋੜਤਾ ਸੀ। ਆਈ ਫੈਲਟ ਮਾਈ ਵੇ ਟੂ ਦਾ ਹਰਥ, ਇਹ ਮਤਲਬ ਉਸ ਦਿਸ਼ਾ ਵੱਲ ਜਾਂਦੀ ਜਿੱਧਰੋਂ ਚੁੱਲ੍ਹਾ ਹੁੰਦਾ, ਅੰਗੀਠੀ ਹੁੰਦੀ। ਐਂਡ ਪਿਕਡ ਅਪ ਦਾ ਪੀਸਿਸ, ਤੇ ਕਿੰਨਾਂ ਨੂੰ ਚੁੱਕਦੀ, ਉਸ ਡੋਲ ਦੇ ਟੁਕੜਿਆਂ ਨੂੰ। ਆਈ ਟਰਾਈਡ ਵੇਨਲੀ ਟੂ ਪੁੱਟ ਦੈਮ ਟੂਗੈਦਰ, ਤੇ ਬੜੀ ਕੋਸ਼ਿਸ਼ ਕਰਦੀ ਆ ਵੀ ਉਹ ਸਾਰੇ ਟੁਕੜੇ ਜੋੜ ਸਕੇ। ਦੈਨ ਮਾਈ ਆਈਜ਼ ਫਿਲਡ ਵਿਦ ਟੀਅਰਸ, ਇਹਦੀਆਂ ਅੱਖਾਂ ਅਥਰੂਆਂ ਨਾਲ ਭਰ ਜਾਂਦੀਆਂ। ਫੋਰ ਆਈ ਰਿਅਲਾਈਜ਼ਡ ਵਟ ਆਈ ਹੈਡ ਡਨ, ਇਹਨੂੰ ਅਹਿਸਾਸ ਹੁੰਦਾ ਵੀ ਮੈਂ ਇਹ ਕੀ ਕਰਤਾ। ਪਹਿਲੀ ਵਾਰ ਇਹਨੂੰ ਇੱਦਾਂ ਉਹ ਲਿਖਿਆ ਨਾ, ਫੋਰ ਦਾ ਫਸਟ ਟਾਈਮ ਆਈ ਫੈਲਟ ਰੈਪੀਟੈਂਸ ਐਂਡ ਸੋਰੋ, ਪਹਿਲੀ ਵਾਰ ਇਹਨੂੰ ਦੁੱਖ ਦਾ ਅਹਿਸਾਸ ਹੁੰਦਾ। ਅੱਗੇ ਤੇ ਇੱਦਾਂ ਦਾ ਕੁਝ ਹੁੰਦਾ ਹੀ ਨਹੀਂ ਇਹਦੇ ਨਾਲ। ਆਈ ਲਰਨਡ ਅ ਗ੍ਰੇਟ ਮੈਨੀ ਨਿਊ ਵਰਡਸ ਦੈਟ ਡੇ, ਉਸ ਦਿਨ ਇਹਨੇ ਬੜੇ ਨਵੇਂ ਸ਼ਬਦ ਸਿੱਖੇ। ਆਈ ਡੋਂਟ ਰਿਮੈਂਬਰਡ ਵਟ ਦੇ ਆਲ ਵਰ, ਇਹਨੂੰ ਪਰ ਯਾਦ ਨਹੀਂ ਆ ਵੀ ਉਹ ਕਿਹੜੇ ਕਿਹੜੇ ਸ਼ਬਦ ਸੀ। ਬਟ ਆਈ ਡੂ ਨੋ ਦੈਟ, ਹੋਰ ਉਹਨੂੰ ਕੁਝ ਕੁ ਪਤਾ ਨੇ, ਜਿਵੇਂ ਮਦਰ ਸਿੱਖਿਆ ਇਹਨੇ, ਫਾਦਰ, ਸਿਸਟਰ, ਟੀਚਰ ਵਰ ਅਮੰਗ ਦੈਮ। ਵਰਡਸ ਦੈਟ ਵਰ ਟੂ ਮੇਕ ਦਾ ਵਰਡ ਬਲੌਸਮ ਫॉर ਮੀ, ਲਾਈਕ ਐਰਨਸ ਰੋਡ ਵਿਦ ਫਲਾਵਰਸ। ਐਰਨ ਕ੍ਰਿਸਚਨ ਧਰਮ ਦੇ ਵਿੱਚ ਆ। ਐਰਨ ਕੋਈ ਇਹਨਾਂ ਦਾ ਰਿਲੀਜੀਅਸ ਗੁਰੂ ਸੀ ਜਿਹਦੇ ਕੋਲ ਇੱਕ ਛੜੀ ਸੀ ਜਿਹਦੇ ਉੱਪਰ ਫਲਾਵਰ ਲੱਗਾ ਸੀ। ਤੇ ਇਹ ਐਰਨ ਨੇ ਕੀ ਕੀਤਾ ਸੀ, ਇੱਕ ਵਾਰ ਬੜੇ ਲੋਕਾਂ ਨੂੰ ਪਲੇਗ ਦੀ ਬਿਮਾਰੀ ਹੋ ਗਈ ਸੀ, ਆਪਣੀ ਛੜੀ ਦੇ ਚਮਤਕਾਰ ਨਾਲ ਉਹਨਾਂ ਦੀ ਪਲੇਗ ਦੀ ਬਿਮਾਰੀ ਨੂੰ ਦੂਰ ਕੀਤਾ ਸੀ। ਤਾਂ ਕਰਕੇ ਇੱਥੇ ਐਰਨਸ ਰੋਡ ਆਇਆ ਵੀ ਕੋਈ ਗੁਰੂ ਆ, ਉਹਦੇ ਹੱਥ 'ਚ ਛੜੀ ਜਿਹਦੇ ਉੱਪਰ ਫੁੱਲ ਲੱਗਾ ਤੇ ਉਹਦੇ ਨਾਲ ਚਮਤਕਾਰ ਦਿਖਾ ਦਿੰਦਾ ਏ। ਤੇ ਇੱਦਾਂ ਹੀ ਉਹਨੇ ਕਿਹਾ ਵੀ ਜਿਹੜੇ ਸ਼ਬਦ ਹੀ ਸ਼ਬਦਾਂ ਨੇ ਇਹਦੀ ਜ਼ਿੰਦਗੀ ਨੂੰ ਮਹਿਕਾਤਾ, ਖੁਸ਼ੀ ਨਾਲ ਭਰਦਾ। ਜਿੱਦਾਂ ਐਰਨ ਦੀ ਰੋਡ ਜਿਹਦੇ ਉੱਪਰ ਫਲਾਵਰ ਲੱਗਾ ਸੀ ਉਹਨੇ ਲੋਕਾਂ ਲਈ ਕੀਤਾ ਸੀ।
It would have been difficult to find a happier child than I was, as I lay in the crib at the close of the eventful day and lived over joys it had brought me, and the first time longed for a new days to come. ਇਹ ਬੜੀ ਖੁਸ਼ ਰਹਿਣ ਡੈ ਪਈ ਤੇ ਇਹ ਜਿੱਦਾਂ ਉਸ ਦਿਨ ਤੋਂ ਬਾਅਦ ਉਹ ਅਗਲੇ ਦਿਨ ਦਾ ਵੀ ਇੰਤਜ਼ਾਰ ਕਰਨ ਡੈ ਪਈ, ਇਹਨੂੰ ਬੜੀ ਉਤਸੁਕਤਾ ਹੈ ਵੀ ਅਗਲੇ ਦਿਨ ਮੈਂ ਕੁਝ ਹੋਰ ਨਵਾਂ ਸਿੱਖੂੰਗੀ। ਠੀਕ ਹੈ, ਇੱਥੇ ਆਪਣਾ ਹੈਲਨ ਕੈਲਰ ਵਾਲਾ ਚੈਪਟਰ ਕੰਪਲੀਟ ਹੋਇਆ। ਹੁਣ ਆਪਾਂ ਕੁਐਸਚਨ ਆਨਸਰ ਦੇਖਾਂਗੇ ਇਹਦੇ।